ਸਾਂਝੀ ਸੋਚ ਸਾਂਝਾ ਸੁਨੇਹਾ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੀ ਔਰ ਹਿੰਦੁਸਤਾਨ ਦੀ ਪੋਲਿਟਿਕਸ ਔਰ ਲੋਕ ਸਭਾ ਚੋਣਾਂ ਬਾਰੇ। ਗੱਲਬਾਤ ਦਾ ਮੁੱਦਾ ਹੈ ਲੋਕ ਸਭਾ ਦੀਆਂ ਚੋਣਾਂ ਔਰ ਸਟੂਡੀਓ ਵਿੱਚ ਹਾਜ਼ਰ ਨੇ ਸਰਦਾਰ ਗੁਰਮੇਲ ਸਿੰਘ ਜੀ ਔਰ ਸਰਦਾਰ ਦਵਿੰਦਰ ਸਿੰਘ ਜੀ ਧੂਰ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਪੰਜਾਬ ਦੇ ਜੋ ਹਾਲਾਤ ਨੇ, ਕਿਸਾਨਾਂ ਦੇ ਹਾਲਾਤ ਨੇ, ਇਸ ਤੋਂ ਬਾਅਦ ਆ ਜਾਂਦਾ ਹੈ ਕਿ ਪੰਜਾਬ ਦਾ ਜੋ ਇਸ ਵੇਲੇ ਪੰਜਾਬ ਦਾ ਜਿਹੜਾ ਰੈਵਨਿਊ ਜੋ ਹੈ ਜਾਂ ਬਜਟ ਹੈ ਉਸ ਨੂੰ ਖੜਾ ਕਰ ਦਿੱਤਾ ਹੈਗਾ ਨਸ਼ੇ ਦੇ ਉੱਪਰ ਲਿਆ ਕੇ। ਔਰ ਜੇ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਜਨਰੇਸ਼ਨ ਜਿਹੜੀ ਹੈ, ਪਹਿਲਾਂ ਨਸਲਕੁਸ਼ੀ ਹੋਈ ਸਾਡੀਆਂ ਜੰਗਾਂ ਯੁੱਧਾਂ ਦੇ ਸਮੇਂ ਦੇ ਵਿੱਚ, ਜਦੋਂ ਗੁਰੂ ਸਾਹਿਬਾਂ ਦੇ ਟਾਈਮ 'ਤੇ, ਫਿਰ ਨਸਲਕੁਸ਼ੀ ਹੋਈ ਅੰਗਰੇਜ਼ਾਂ ਦੇ ਟਾਈਮ 'ਤੇ, ਫਿਰ ਨਸਲਕੁਸ਼ੀ ਹੋਈ ਸਾਡੀ 84 ਦੇ ਵਿੱਚ ਆ ਕੇ, ਔਰ ਹੁਣ ਜਿਹੜੀ ਨਸਲਕੁਸ਼ੀ ਹੋਈ ਹੈ ਉਹ ਹੋ ਰਹੀ ਹੈ ਸਾਡੇ ਆਪਣਿਆਂ ਵੱਲੋਂ ਨਸ਼ਾ ਵੰਡ ਕੇ। ਪੰਜਾਬ ਦੇ ਜਿਹੜੀ ਜਨਰੇਸ਼ਨ ਜਿਹੜੀ ਜਿਸ ਨੇ ਪੰਜਾਬ ਨੂੰ ਚੱਕਣਾ ਸੀ ਅੱਗੇ, ਜਿਸ ਨੇ ਪੰਜਾਬ ਨੂੰ ਅੱਗੇ ਤੋਰਨਾ ਸੀ, ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੇ ਆਪਣਿਆਂ ਵੱਲੋਂ, ਸਿਰਫ ਆਪਣੀ ਪੋਲੀਟੀਕਲ ਪਾਵਰ ਵਾਸਤੇ। ਮੇਰਾ ਆਪ ਜੀ ਦਾ ਕੁਐਸਚਨ ਇਹ ਹੈ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਜਾਂ ਬਜ਼ੁਰਗ ਹੈ ਸਾਡਾ, ਸਭ ਤੋਂ ਪਹਿਲਾਂ ਚਾਹੇ ਦੇਖੋ ਤੁਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਹੋ, ਚਾਹੇ ਕੋਈ ਵੀ ਪਾਰਟੀ ਤੁਹਾਡੀ ਜਗ੍ਹਾ ਕੋਈ ਹੋਰ ਵੀ ਹੋਵੇ, ਮੈਂ ਇਹ ਗੱਲ ਕਹਾਂਗਾ ਕਿ ਦਵਿੰਦਰ ਸਿੰਘ ਜੀ ਹੁਣ ਆਪਾਂ ਇੱਕ ਇਹ ਸੋਚ ਰੱਖ ਕੇ ਚੱਲੀਏ ਕਿ ਆਪਾਂ ਤਿੰਨੇ ਜਾਣੇ ਇੱਕ ਬਿਲਕੁਲ ਆਮ ਨੋਰਮਲ ਪਰਸਨ ਬੈਠੇ ਹਾਂ, ਕਿਸੇ ਪਾਰਟੀ ਨਾਲ ਸਾਡਾ ਕੋਈ ਸੰਬੰਧ ਨਹੀਂ। ਅਸੀਂ ਜਦੋਂ ਕੋਈ ਵੀ ਲੀਡਰ ਆਉਂਦਾ ਹੈ ਅਸੀਂ ਉਹਦੀ ਸਪੀਚ ਸੁਣ ਕੇ ਤਾੜੀਆਂ ਮਾਰ ਦਿੰਦੇ ਹਾਂ। ਕੀ ਸਾਨੂੰ ਸਾਡੀ ਤਾੜੀ ਦੀ ਕੀਮਤ ਦਾ ਪਤਾ ਹੈ? ਜੇ ਪਤਾ ਹੈ ਤੇ ਉਸ ਤੋਂ ਵੀ ਵੱਧ ਕੀ ਸਾਨੂੰ ਆਪਣੀ ਵੋਟ ਦੀ ਕੀਮਤ ਦਾ ਪਤਾ ਹੈ? ਇਹ ਕੁਐਸਚਨ ਤੁਹਾਡੇ ਲਈ। ਹਾਂਜੀ, ਬਿਲਕੁਲ ਬਹੁਤ ਵਧੀਆ ਤੁਹਾਡਾ ਇਹ ਕੁਐਸਚਨ ਹੈ, ਕਿਉਂਕਿ ਅਸੀਂ ਜੇ ਕਰਪਸ਼ਨ ਦੀ ਗੱਲ ਵੀ ਆਪਾਂ ਕਰਦੇ ਹਾਂ ਜਾਂ ਜਵਾਨੀ ਦੀ ਗੱਲ ਕਰਦੇ ਹਾਂ ਜਾਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਜਾਂ ਆਪਾਂ ਅੱਜ ਹਾਲਾਤ ਕਿੱਧਰ ਨੂੰ ਜਾ ਰਹੇ ਆ ਭਾਰਤ ਦੇ ਸਾਰੇ ਸਮੁੱਚੇ ਦੇਸ਼ ਦੇ, ਅਤੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਜਦੋਂ ਤਾੜੀਆਂ ਮਾਰਦੇ ਹਾਂ ਵੀ ਤੁਸੀਂ ਇਹਨੂੰ ਹੋਰ ਵਿਗਾੜੋ ਇਹ ਹਾਲਤ ਨੂੰ। ਸਾਡੀ ਤਾੜੀ ਹੈ ਜਿਹੜੀ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਲੋਕ ਇਹ ਕੁਛ ਹੀ ਚਾਹੁੰਦੇ ਆ, ਜੋ ਅਸੀਂ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ, ਬਜਾਏ ਕਿ ਜੇ ਅਸੀਂ ਉਹਨਾਂ ਦੇ ਤਾੜੀ ਮਾਰਨ ਦੇ ਅਸੀਂ ਉਹਨਾਂ ਨੂੰ ਉਹ ਗੱਲਾਂ ਸਵਾਲ ਪੁੱਛ ਸਕਦੇ ਹਾਂ ਜਿਵੇਂ ਅੱਜ ਸਵਾਲ ਪੁੱਛੇ ਜਾ ਰਹੇ ਆ ਲੀਡਰਾਂ ਨੂੰ। ਅੱਜ ਉਹਨਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੈ। ਜਦੋਂ ਮੈਂ ਇਹ ਕਹੂੰਗਾ ਵੀ ਬੜੇ ਚਿਰ ਬਾਅਦ ਮੈਂ ਕਹਿ ਸਕਦਾ ਵੀ ਮੈਂ ਆਪਦੀ ਸੁਰਤ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਕੋਈ ਨੇਤਾ ਤੁਹਾਡੇ ਕੋਲੇ ਵੋਟਾਂ ਮੰਗਣ ਆਵੇ ਪਿੰਡ ਦੇ ਵਿੱਚ, ਅਤੇ ਪਿੰਡ ਦਾ ਆਮ ਆਦਮੀ ਇੱਕ ਪਹਿਲਾਂ ਤਾਂ ਨਾਮ ਵੀ ਬੜਾ ਵਧੀਆ ਰੱਖਿਆ, ਚਲੋ ਜਿਹੜੀ ਇਹ ਪਾਰਟੀ ਵੀ ਤੀਜੀ ਆਈ ਹੈ, ਵੀ ਇੱਕ ਆਮ ਬੰਦਾ ਖੜ੍ਹਾ ਹੋ ਕੇ ਪੁੱਛਦਾ ਹੈ ਵੀ ਤੁਸੀਂ ਕੀ ਕੀਤਾ, ਤੁਸੀਂ ਨਸ਼ਾ ਵਿਕਾ ਰਹੇ ਆ, ਤੁਸੀਂ ਜੇ ਕੁਛ ਵਿਕਾ ਰਹੇ, ਉਹਨਾਂ ਦੇ ਮਨ 'ਚ ਰੋਸ ਜਾਗਿਆ। ਕਿਉਂਕਿ ਉਹਨਾਂ ਬਜ਼ੁਰਗਾਂ ਨੂੰ ਪਤਾ ਹੈ ਵੀ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਖਤਮ ਹੋ ਰਹੇ ਆ, ਕਿਉਂਕਿ ਆਉਣ ਵਾਲੀ ਜਨਰੇਸ਼ਨ ਆ ਜਿਹੜੀ, ਆਪਾਂ ਇਹ ਕਹਿ ਸਕਦੇ ਹਾਂ ਜੇ ਪੰਜਾਬ ਨਾਲ ਰਿਲੇਟ ਆਪਾਂ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਇਹਨਾਂ ਦੇ ਮੇਰਾ ਨਹੀਂ ਖਿਆਲ ਵੀ ਗਾਂਹ ਬੱਚੇ ਆ ਜਿਹੜੇ ਪੈਦਾ ਹੋਣਗੇ, ਕਿਉਂਕਿ ਨਸ਼ੇ 'ਤੇ ਇੰਨੇ ਲੱਗ ਚੁੱਕੇ ਆ। ਕੈਂਸਰ ਦੀ ਦਵਾਈ ਤਾਂ ਜ਼ਰੂਰ ਲੈਣ ਜਾਣੀ ਪੈਂਦੀ ਹੈ ਇਹਨਾਂ ਨੂੰ ਬੀਕਾਨੇਰ ਤੋਂ, ਪਰ ਜਿਹੜੀ ਸਮੈਕ ਆ ਉਹ ਇਹਨਾਂ ਨੂੰ ਕਿਤੋਂ ਦੂਰ ਜਾਣ ਨਹੀਂ ਪੈਂਦਾ, ਉਹ ਪਿੰਡ ਦੇ ਵਿੱਚ ਹੀ ਮੁਹੱਈਆ ਹੋ ਜਾਂਦੀ ਹੈ। ਅਤੇ ਜਿਹੜੇ ਨਸ਼ੇ ਤਸਕਰੀ ਆ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਆ ਹਰ ਤਰ੍ਹਾਂ ਦੀ ਕਿ ਇਹਨਾਂ ਨੂੰ ਮਾਨਸਿਕ ਤੌਰ 'ਤੇ ਜਦੋਂ ਤੁਸੀਂ ਕਿਸੇ ਬੰਦੇ ਨੂੰ ਖਤਮ ਕਰਦੇ ਹੋ ਨਾ, ਅਤੇ ਤੁਹਾਨੂੰ ਬੜਾ ਕੋਈ ਫਿਜ਼ੀਕਲ ਲੋੜ ਤੁਹਾਨੂੰ ਰਹਿੰਦੀ ਨਹੀਂ ਉਹਨੂੰ ਖਤਮ ਕਰਨ ਦੀ, ਕਿਉਂਕਿ ਉਹ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਆਪਣੇ ਨਸਲਕੁਸ਼ੀਆਂ ਇੰਨੀਆਂ ਹੋਈਆਂ, ਮੁਗਲਾਂ ਵੇਲੇ ਹੋਈਆਂ, ਅੰਗਰੇਜ਼ਾਂ ਵੇਲੇ ਹੋਈਆਂ, ਜੂਨ 84 ਹੋਇਆ ਸਾਡੇ ਨਾਲ ਘੱਲੂਘਾਰਾ ਜਿਹੜਾ ਤੀਜਾ ਆਪਾਂ ਇਹਨੂੰ ਨਾਂ ਦਿੰਦੇ ਹਾਂ, ਉਦੋਂ ਬਾਅਦ ਹੋਇਆ ਸਾਡੇ ਨਾਲ 84 ਦੇ ਵਿੱਚ ਨਸਲਕੁਸ਼ੀ ਹੋਈ, ਕਤਲੋਗਾਰਤ ਹੋਈ। ਇਹ ਸਾਰਾ ਜ਼ੋਰ ਲਾਉਣ ਤੋਂ ਬਾਅਦ ਇਹ ਇਕੱਲਾ ਸਿੱਖਾਂ ਨਾਲ ਹੀ ਨਹੀਂ ਹੋਇਆ, ਗੁਜਰਾਤ ਦੇ ਵਿੱਚ ਮੁਸਲਮਾਨਾਂ ਨਾਲ ਵੀ ਸੇਮ ਹੋਇਆ। ਜਿਹੜੀ ਮਨਿਓਰਿਟੀ ਆ, ਮਨਿਓਰਿਟੀ ਨੂੰ ਮੈਜੋਰਿਟੀ ਨੇ ਖਤਮ ਕਰਨ ਵਾਸਤੇ ਹਰ ਜਿਹੜਾ ਵੀ ਤਰੀਕਾ ਉਹਨਾਂ ਨੂੰ ਅਪਣਾਉਣਾ ਪਿਆ ਉਹਨਾਂ ਨੇ ਅਪਣਾਇਆ। ਹੁਣ ਜੇ ਅੱਜ ਲੋਕ ਨਾ ਜਾਗੇ, ਜੇ ਮੋਦੀ ਦਾ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹਨੂੰ ਇਹ ਪ੍ਰਾਈਮ ਮਿਨਿਸਟਰ ਬਣਾਉਣ ਵਾਸਤੇ ਕਹਿ ਰਹੇ ਆ, ਉਹਦਾ ਪੂਰਾ ਹੱਥ ਸੀਗਾ ਗੁਜਰਾਤ ਦੇ ਵਿੱਚ ਜੋ ਵੀ ਉਹਨਾਂ ਦੀ ਨਸਲਕੁਸ਼ੀ ਹੋਈ ਮਨਿਓਰਿਟੀ ਦੀ। ਜੇ ਅੱਜ ਆਪਾਂ ਹੱਲਾਸ਼ੇਰੀ ਦੇ ਦਿੰਦੇ ਹਾਂ ਵੀ ਤੁਸੀਂ ਠੀਕ ਕੀਤਾ ਜੋ ਕੀਤਾ, ਜੇ ਸਾਡਾ ਅੱਜ ਉਹਨਾਂ ਨੂੰ ਵੋਟ ਪਾਉਣਾ, ਮੈਂ ਇਹ ਕਹੂੰਗਾ ਵੀ ਇਹ ਅਸੀਂ ਤਸਦੀਕ ਕਰਦੇ ਹਾਂ ਵੀ ਤੁਸੀਂ ਜੋ ਪਿਛਲੇ ਸਮੇਂ 'ਚ ਕੀਤਾ ਉਹ ਸਹੀ ਕੀਤਾ, ਅਸੀਂ ਤਾਂ ਤੁਹਾਨੂੰ ਵੋਟ ਦੇ ਰਹੇ ਹਾਂ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੈ। ਜੇ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੀਆਂ ਸਰਕਾਰਾਂ ਨੇ ਸਾਡੇ ਕੋਲ ਨਸ਼ਿਆਂ ਦੇ ਅੰਬਾਰ ਲਾਤੇ,
ਜਿਵੇਂ ਵੀਰ ਜੀ ਉਹਨਾਂ ਨੇ ਦੱਸਿਆ ਵੀ ਉੱਥੇ ਰੇਤਾ ਨਹੀਂ ਮਿਲਦੀ ਗੀ, ਜਾਂ ਜਿਹੜੀਆਂ ਚੀਜ਼ਾਂ ਸਾਡੀਆਂ ਆਮ ਲੋੜਾਂ ਸੀ ਉਹ, ਤੇ ਉਹ ਸਾਨੂੰ ਅਧਿਕਾਰ ਸੀ, ਅਸੀਂ ਜਿੱਥੋਂ ਮਰਜ਼ੀ ਜਾ ਕੇ ਲਿਆ ਸਕਦੇ ਸੀਗੇ। ਉਹ ਸਾਰੀਆਂ ਚੀਜ਼ਾਂ 'ਤੇ ਪਾਬੰਦੀ ਲੱਗ ਗਈ। ਪਰ ਜਿਹੜੀਆਂ, ਜੇ ਅਸੀਂ ਅੱਜ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਨਾ, ਤੇ ਸਾਨੂੰ ਉਹਨਾਂ ਲੋਕਾਂ ਨੂੰ ਅਹਿਸਾਸ ਕਰਾਉਣਾ ਪਊਗਾ ਵੀ ਅਸੀਂ ਜਾਗਦੇ ਹਾਂ, ਸਾਨੂੰ ਪਤਾ ਸਾਡੇ ਨਾਲ ਕੀ ਹੋ ਰਿਹਾ। ਜੇ ਅੱਜ ਬੱਚੇ ਨੂੰ ਪੜ੍ਹਨ ਵਾਸਤੇ ਬਈ ਯੂਨੀਵਰਸਿਟੀਆਂ 'ਚ ਭੇਜਦੇ ਆ, ਉੱਥੇ ਬਹੁਤ ਘੱਟ ਬੱਚੇ, 5% ਲੋਕ ਆ ਜਿਹੜੇ ਅੱਜ ਪੜ੍ਹ ਰਹੇ ਆ ਜਾਂ ਡਿਗਰੀਆਂ ਲੈ ਰਹੇ ਆ। ਤੇ ਪਰ ਡਿਗਰੀ ਲੈਣ ਤੋਂ ਬਾਅਦ ਉਹਨਾਂ ਕੋਲ ਇਹ ਗਰੰਟੀ ਥੋੜ੍ਹੀ ਆ ਵੀ ਉਹਨਾਂ ਨੂੰ ਕਿਤੇ ਜੋਬ ਵੀ ਮਿਲ ਜੂਗੀ, ਜਾਂ ਉਹ ਜੋਬ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਆਧਾਰ 'ਤੇ ਮਿਲ ਜੂਗੀ। ਇਹ ਜਿਹੜਾ ਸਿਸਟਮ ਸਾਰਾ ਜਿੰਨਾ ਇਹ ਭ੍ਰਿਸ਼ਟ ਹੋਇਆ ਵਾ, ਇਹ ਇੱਥੇ ਇੱਕ ਪਿੱਛੇ ਆਪਣੇ ਸਿੰਘ ਆਇਆ ਸੀਗਾ, ਉਹਨੇ ਬੜੀ ਵਧੀਆ ਗੱਲ ਸੁਣਾਈ। ਉਹ ਕਹਿੰਦਾ ਵੀ ਜੋ ਪੰਜਾਬ ਦੇ ਹਾਲਾਤ ਹੋ ਰਹੇ ਆ ਨਾ, ਉੱਥੋਂ ਇਹ ਲੱਗ ਰਿਹਾ ਵੀ ਜਿਹੜੇ ਉੱਥੋਂ ਦੇ ਬਜ਼ੁਰਗ ਆ ਉਹਨਾਂ ਦਾ ਸੰਸਕਾਰ ਸਾਡੇ ਨੌਜਵਾਨ ਨਹੀਂ ਕਰ ਸਕਦੇ। ਸਾਡਾ ਸੰਸਕਾਰ ਵੀ ਉਹ ਕਹਿੰਦਾ ਭਈਆਂ ਨੇ ਕਰਨਾ ਉੱਥੇ। ਹੁਣ ਅਸੀਂ ਉਹਨਾਂ ਨੂੰ ਦੋਸ਼ ਵੀ ਤਾਂ ਦਈਏ, ਜੇ ਉੱਥੇ ਆਉਂਦੇ ਨਹੀਂ ਉਹ, ਤਾਂ ਉੱਥੇ ਕੰਮ ਨਹੀਂ ਹੋ ਰਿਹਾ। ਹੁਣ ਉਹ ਤਾਂ ਆਉਂਦੇ ਕੰਮ ਕਰਨ ਵਾਸਤੇ, ਪਰ ਇੱਕ ਹੋਰ ਢਾਹ ਲੱਗ ਰਹੀ ਹੈ ਜਿਹੜੀ ਸਾਨੂੰ, ਸਾਡੇ ਲੋਕ ਉਹਦੇ ਤੋਂ ਬਹੁਤ ਘੱਟ ਅਵੇਅਰ ਆ। ਡੇਰਾਵਾਦ ਦੇਖੋ ਤੁਸੀਂ, ਉੱਥੇ ਹੁਣ ਆਸ਼ੂਤੋਸ਼ ਆ ਜਾਂ ਹੋਰ ਕਈ ਤਰ੍ਹਾਂ ਦੇ ਇਹੋ ਜਿਹੇ ਆ। ਉਹ ਜੇ ਅੱਜ ਉਹਨੂੰ ਤੁਸੀਂ ਰਾਜਨੀਤਿਕ ਤੌਰ 'ਤੇ ਦੇਖੋ ਨਾ, ਵੀ ਉਹਨਾਂ ਦਾ ਭਾਵ ਕੀ ਆ ਉੱਥੇ ਆਉਣ ਦਾ ਬਾਹਰੋਂ, ਕਿ ਉੱਥੇ ਪ੍ਰਚਾਰਕ ਹੈ ਨਹੀਂ, ਜਾਂ ਉੱਥੇ ਐਡੀ ਧਰਤੀ ਆ ਜਿਹੜੀ ਲੋਕਾਂ ਨੂੰ ਬਾਹਰ ਜਾ ਕੇ ਉਪਦੇਸ਼ ਦੇਣ ਵਾਲੀ, ਜਾਂ ਐਡਾ ਵੱਡਾ ਸਾਡੇ ਕੋਲ ਖਜ਼ਾਨਾ, ਉਹਨਾਂ ਦੇ ਏਡੇ ਏਡੇ ਅੰਬਾਰ ਲੱਗ ਗਏ। ਉਹ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਕੋਲ ਵੋਟ ਬੈਂਕ ਆ, ਪਰ ਉਹਦੇ ਵਿੱਚ ਉਹ ਇਕੱਲੇ ਤਾਂ ਬਾਹਰਲੇ ਸੂਬਿਆਂ ਤੋਂ ਤਾਂ ਆਏ ਨਹੀਂ ਗੇ ਉਹ ਵੋਟ ਬੈਂਕ ਲੈ ਕੇ। ਉੱਥੇ ਵੀ ਸਾਡਾ ਫਾਲਟ ਆ, ਅਸੀਂ ਜਾ ਕੇ ਉਹਨਾਂ ਦੀ ਗਿਣਤੀ ਵਧਾਈ। ਜੇ ਅੱਜ ਇੱਕ ਜਣਾ ਸਕੂਟਰ 'ਤੇ ਗਿਆ, ਤੇ ਆਉਣ ਵਾਲੇ ਵੀਕ ਦੇ ਵਿੱਚ, ਨੈਕਸਟ ਵੀਕ, ਉਹ ਬੰਦਾ 3 ਪਹੀਆਂ ਵਾਲਾ ਟੈਂਪੂ ਭਰ ਕੇ ਗਿਆ ਉੱਥੇ। ਉਦੋਂ 1 ਮਹੀਨੇ ਬਾਅਦ ਉਹਨੇ ਉੱਥੇ ਸੰਗਰਾਂਦ ਜਾਂ ਕੋਈ ਬਹਾਨਾ ਬਣਾਇਆ, ਉੱਥੇ ਕੁਝ ਮਨਾ ਰਿਹਾ, ਉਹ ਟਰਾਲੀ ਭਰ ਕੇ ਜਾ ਰਿਹਾ। ਤੇ ਅਸੀਂ ਉਹ ਲੋਕ ਆ ਜਿਹੜੇ ਇੱਕ ਬਸ ਝੱਗੇ ਪਜਾਮੇ ਪ੍ਰੈਸ ਕਰਕੇ, ਕੁੜਤੇ ਪਜਾਮੇ ਦੇ, ਅਸੀਂ ਡਾਲੇ ਨੂੰ ਹੱਥ ਪਾਇਆ, ਵਿੱਚ ਚੜ੍ਹ ਗਏ। ਹੁਣ ਸਾਨੂੰ ਯੂਜ਼ ਕਿੱਥੇ ਕਿੱਥੇ ਹੋ ਰਹੇ ਅਸੀਂ ਗਏ ਤਾਂ ਉੱਥੇ ਟਰਾਲੀ ਭਰ ਕੇ ਸੀਗੀ। ਉਦੋਂ ਬਾਅਦ ਅਸੀਂ ਟਰੱਕਾਂ 'ਤੇ ਵੀ ਜਾਣਾ ਸ਼ੁਰੂ ਕਰਤਾ, ਅਸੀਂ ਬੱਸਾਂ ਵੀ ਲਿਜਾਣੀਆਂ ਸ਼ੁਰੂ ਕਰਤੀਆਂ। ਇੱਕ ਦਿਨ ਅਸੀਂ ਇੰਨੀ ਭੇੜਾ ਚੜ੍ਹ ਗਏ ਵੀ ਅਸੀਂ ਸਰਕਾਰ ਵੀ ਬਣਾ ਰਹੇ ਹਾਂ, ਤੇ ਬਣਾ ਵੀ ਉਹ ਰਹੇ ਹਾਂ ਜਿਹੜੀ ਸਾਨੂੰ ਖਤਮ ਕਰ ਰਹੀ ਹੈ। ਮੈਂ ਤਾਂ ਇਹ ਕਹੂੰਗਾ ਵੀ ਅਸੀਂ ਉਹ ਕੰਮ ਕਰ ਰਹੇ ਹਾਂ ਵੀ ਜਿਹੜੇ ਟਾਹਣੇ 'ਤੇ ਅਸੀਂ ਬੈਠੇ ਹਾਂ ਨਾ, ਉਹਨੂੰ ਅਸੀਂ ਵੱਢ ਰਹੇ ਹਾਂ, ਅਸੀਂ ਆਰੀ ਆ ਫੇਰ ਰਹੇ ਹਾਂ। ਪਰ ਅੱਜ ਬਹੁਤ ਰਾਈਟ ਟਾਈਮ ਹੈ ਇਹ, ਔਰ ਬੜਾ ਜਾਗਣ ਦਾ ਸਮਾਂ ਹੈ ਇਹ। ਕਿਉਂਕਿ ਸਾਨੂੰ ਇਕੱਲਾ ਜਿੱਥੇ ਅਸੀਂ ਵੋਟ ਪ੍ਰਤੀ ਜਾਗਣਾ ਨਾ, ਉੱਥੇ ਸਾਨੂੰ ਢਾਹ ਕਿੱਥੋਂ ਕਿੱਥੋਂ ਲੱਗ ਰਹੀ ਹੈ। ਕਿਉਂਕਿ ਚਾਹੁੰਦਾ ਹਰ ਬੰਦਾ ਆਜ਼ਾਦੀ ਹੈ, ਇਹ ਨਹੀਂ ਗਾ ਵੀ ਡੇਰੇ ਦੇ ਜਾਣ ਵਾਲਾ ਆਜ਼ਾਦੀ ਨਹੀਂ ਚਾਹੁੰਦਾ, ਪਰ ਉਹਨੂੰ ਮਾਨਸਿਕ ਤੌਰ 'ਤੇ ਇੰਨਾ ਖਤਮ ਕਰਤਾ, ਉਹਦੀ ਜਿਹੜੀ ਸੋਚ ਆ ਉਹਦੀ ਰਹਿ ਹੀ ਨਹੀਂ ਗਈ। ਉਹਨੇ ਆਪਦੀ ਸੋਚ ਕਿਸੇ ਨੂੰ ਸਮਰਪਿਤ ਕਰਤੀ ਹੈ ਵੀ ਜੋ ਇਹ ਕਹਿ ਦੇਵੇ ਮੈਨੂੰ ਮਨਜ਼ੂਰ ਆ ਇਹ। ਕਿਉਂਕਿ ਇਹ ਬੰਦਾ ਉਦੋਂ ਕਰਦਾ ਜਦੋਂ ਅੱਤ ਬੇਵੱਸ ਅਤੇ ਅੱਤ ਲਾਚਾਰ ਹੋ ਜੇ, ਜਦੋਂ ਉਹਦਾ ਕੋਈ ਹੀਲਾ ਵਸੀਲਾ ਨਾ ਰਹਿ ਜੇ। ਉਹਨੂੰ ਲੱਗਦਾ ਵੀ ਹੁਣ ਮੇਰਾ ਸਾਰਾ ਕੁਛ ਇਹੀ ਕਰੂਗਾ। ਅਤੇ ਜੇ ਅੱਜ ਚੰਗੀ ਸਰਕਾਰ ਚੰਗੀ ਸਹੂਲਤ ਦੇਵੇ, ਕਿਉਂਕਿ ਕੋਈ ਤਾਂ ਕਿਸੇ ਦੇ ਵਿਆਹ ਕਰ ਰਿਹਾ, ਉਹ ਕਹਿੰਦਾ ਵੀ ਤੁਹਾਡੀਆਂ ਕੁੜੀਆਂ ਦੇ ਵਿਆਹ ਕਰ ਦੇਣਾ। ਹੁਣ ਲੋਕ ਲਾਲਚ ਵਸ ਹੋ ਕੇ ਜਾ ਰਹੇ ਆ ਨਾ। ਪਰ ਜੇ ਸਾਨੂੰ ਇਹ ਸਾਰੀਆਂ ਚੀਜ਼ਾਂ, ਜੇ ਅੱਜ ਇੱਕ ਵਧੀਆ ਸਰਕਾਰ ਮਿਲ ਜੇ, ਉਹ ਸਾਨੂੰ ਸਹੂਲਤਾਂ ਦੇਵੇ, ਸਿਹਤ ਪੱਖੀ ਦੇਵੇ, ਜਿਹੜੀ ਕੁੱਲੀ ਗੁੱਲੀ ਜੁੱਲੀ ਦੀ ਆਪਾਂ ਗੱਲ ਕਰਦੇ ਹਾਂ, ਚੀਜ਼ ਲੋਕਾਂ ਨੂੰ ਮਿਲਣ ਲੱਗ ਜੇ। ਹੁਣ ਇੱਥੇ ਆਪਾਂ ਕਿਉਂ ਨਹੀਂ ਜਾਂਦੇ ਐਂ ਕਿਸੇ ਹੋਰ ਜਗ੍ਹਾ? ਸਾਨੂੰ ਪਤਾ ਸਾਡੇ ਕੋਲ ਜੋਬ ਹੈਗੀ ਹੈ, ਸਾਡਾ ਆਪਦਾ ਕੰਮ ਹੈ, ਕੰਮ ਕਰਾਂਗੇ ਸਾਨੂੰ ਰੋਟੀ ਮਿਲੂਗੀ। ਗੌਰਮੈਂਟ ਸਾਨੂੰ ਸਹੂਲਤ ਦੇ ਰਹੀ ਹੈ, ਗੈਸ, ਪਾਣੀ, ਅੱਗ, ਸਾਰੀਆਂ ਚੀਜ਼ਾਂ ਸਾਨੂੰ ਇੱਥੇ ਮਿਲ ਰਹੀਆਂ। ਸਾਡੇ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਸਿਹਤ ਪੱਖੀ ਆਉਂਦੀ ਹੈ, ਐਂਬੂਲੈਂਸ ਬੂਹੇ 'ਚ ਖੜ੍ਹੀ ਹੁੰਦੀ ਹੈ, ਕੋਈ ਸਾਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ, ਡਾਕਟਰੀ ਸਹੂਲਤਾਂ। ਇਹ ਸਾਰੀਆਂ ਚੀਜ਼ਾਂ ਦਾ ਅੱਜ ਇੱਕੋ ਇੱਕ ਹੱਲ ਹੈ, ਤੁਹਾਡੀ ਵੋਟ। ਜੇ ਅੱਜ ਇੱਕ ਤੁਹਾਡੀ ਵੋਟ ਦੀ ਤੁਸੀਂ ਸਹੀ ਵਰਤੋਂ ਕਰ ਲਈ ਨਾ, ਇਹ ਸਾਰੀਆਂ ਚੀਜ਼ਾਂ ਨੇ ਵੋਟ ਦੇ ਪਿੱਛੇ ਆ ਜਾਣਾ। ਪਰ ਜੇ ਤੁਸੀਂ ਅੱਜ ਅਵੇਅਰ ਨਾ ਹੋਏ ਇਸ ਚੀਜ਼ ਪਿੱਛੇ, ਵੀ ਅੱਜ ਕਿਤੇ ਵੋਟ ਫੇਰ ਉਹ ਭੇਟਾ ਚੜ੍ਹ ਗਈ ਕਿਸੇ ਲਾਲਚ ਵਸ ਆ ਕੇ, ਜਾਂ ਕਿਸੇ ਝੇਖ ਦੇ ਵਿੱਚ ਆ ਕੇ, ਜਾਂ ਬੇਵਸੀ ਦੇ ਵਿੱਚ ਆ ਕੇ ਤੁਸੀਂ ਪਾਤੀ, ਤਾਂ ਨੌਜਵਾਨ ਵੀ ਗਿਆ ਅਤੇ ਬਜ਼ੁਰਗ ਵੀ ਗਿਆ। ਨੌਜਵਾਨ ਸਾਡੀ ਰੀੜ੍ਹ ਦੀ ਹੱਡੀ ਹੈ। ਅੱਜ ਕੋਈ ਵੀ ਕੰਟਰੀ ਹੈ, ਕੋਈ ਕੌਮ ਹੈ, ਕੋਈ ਦੇਸ਼ ਹੈ, ਜੇ ਉਹਦਾ ਨੌਜਵਾਨ ਜਾਗਦਾ, ਨੌਜਵਾਨ ਜਿਉਂਦਾ, ਜਿਵੇਂ ਰੀੜ੍ਹ ਦੀ ਹੱਡੀ ਜੇ ਚੱਲਦੀ ਹੈ ਤਾਂ ਸਰੀਰ ਚੱਲਦਾ, ਅਦਰਵਾਈਜ਼ ਬੰਦਾ ਡਿਸੇਬਲ ਹੋ ਕੇ ਮੰਜੇ 'ਤੇ ਪੈ ਜਾਂਦਾ। ਇਸੇ ਤਰ੍ਹਾਂ ਜੇ ਤੁਸੀਂ ਆਪਾਂ ਬੱਚਿਆਂ ਦੇ ਸਕੇ ਹਾਂ, ਜਾਂ ਆਪਾਂ ਆਪਦੇ ਭੈਣ ਭਰਾਵਾਂ ਦੇ ਸਕੇ ਹਾਂ, ਜਾਂ ਆਪਣੇ ਕੰਟਰੀ ਪ੍ਰਤੀ ਅਸੀਂ ਕੁਛ ਸੁਹਿਰਦ ਹੈਗੇ ਹਾਂ, ਜਿਹੜੇ ਅਸੀਂ ਬਾਹਰ ਵੀ ਵੀਰ ਬੈਠੇ ਹਾਂ ਨਾ, ਇਹਨਾਂ ਨੂੰ ਵੀ ਸਾਡਾ ਬਹੁਤ ਵੱਡਾ ਰੋਲ ਆ ਉੱਥੇ। ਸਾਡੇ ਕਹਿਣ 'ਤੇ ਅੱਜ ਲੋਕ ਲੱਗਦੇ ਆ। ਜੇ ਅੱਜ ਅਸੀਂ ਇੱਕ ਬੰਦਾ ਇਹ ਪਰਨ ਕਰ ਲੈਣਾ ਵੀ ਮੈਂ 10, 20, 50 ਬੰਦਿਆਂ ਦੇ ਨਾਲ 5 ਫੈਮਲੀਆਂ ਨੂੰ ਆਪਾਂ ਫੋਨ ਕਰੀਏ ਨਾ, ਤੇ ਘੱਟੋ ਘੱਟ 50, 100 ਵੋਟ ਉਹ ਬੰਦੇ ਭੁਗਤਾ ਸਕਦੇ ਉੱਥੇ। ਠੀਕ ਆ, ਤੁਹਾਡੀਆਂ ਮਜਬੂਰੀਆਂ, ਤੁਸੀਂ ਕਿਤੇ ਤੁਰੇ ਫਿਰਦੇ ਆ, ਪਰ ਅੱਜ ਇੱਕ ਵਾਰੀ ਮੌਕਾ ਜ਼ਰੂਰ ਆਪਾਂ ਐਸੇ ਆਦਮੀਆਂ ਨੂੰ ਦੇਈਏ
ਵੀ ਜਿਵੇਂ ਆਮ ਆਦਮੀ ਪਾਰਟੀ ਆਪਣੇ ਸਾਹਮਣੇ ਨਿੱਤਰ ਕੇ ਆਈ ਹੈ। ਹਮ। ਜੇ ਨਾ ਹੋਊ ਤਾਂ ਕਿਹੜਾ ਇੱਥੇ ਇਹ ਕੁੰਭ ਦਾ ਮੇਲਾ ਵੀ ਜਿਹੜਾ 12 ਸਾਲਾਂ ਬਾਅਦ ਆਉਣਾ, ਤਾਂ 25-24 ਸਾਲੀ ਇਲੈਕਸ਼ਨ ਤੋਂ ਬਾਅਦ ਫਿਰ ਆਏਗਾ 3 ਸਾਲਾਂ ਬਾਅਦ। ਨਾਲੇ ਜਿਹੜੇ ਕੈਂਡੀਡੇਟ ਵੀ ਹੈ ਵੀ ਨਹੀਂ ਵੀ ਕੋਈ ਪਰਿਵਾਰਾਂ ਦੇ ਵਿੱਚੋਂ ਹੀ ਆਏ ਹੋਏ ਆ, ਸਾਰਾ ਆਮ ਬੜੇ ਹਾਂ, ਬੜੇ ਸੁਲਝੇ ਹੋਏ ਬੰਦੇ ਜਿਹੜੇ ਉਹਨਾਂ ਨੇ ਆਪਣੇ ਕੈਂਡੀਡੇਟ ਚੁਣੇ ਆ, ਔਰ ਚੁਣੇ ਵੀ ਉਹ ਬੰਦੇ ਆ ਜਿਹੜੇ ਬਿਲਕੁਲ ਆਪਣੇ ਬੇਦਾਗ ਬੰਦੇ ਆ, ਹਾਂਜੀ ਹਾਂਜੀ ਕੋਈ ਇਹੋ ਜਿਹੇ ਨਹੀਂ ਹੈਗੇ। ਜਿਵੇਂ ਪਿੱਛੇ ਜਿਹੇ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਆਮਿਰ ਖਾਨ ਦੀ, ਉਹਦੇ ਵਿੱਚ ਇੱਕ ਸ਼ਾਇਦ ਉਹ ਮਿਲਟਰੀ ਦਾ ਜਾਂ ਕੋਈ ਇਹੋ ਜਿਹਾ ਸੀਗਾ ਆਫੀਸਰ ਜਿਹਨੇ ਉਹ ਸਾਰੀ ਸਰਵੇ ਕਰਕੇ ਦਿਖਾਇਆ ਕਿ ਜਿਹੜੇ ਕੈਬਨਿਟ ਮੰਤਰੀ ਬੈਠੇ ਆ ਜਾਂ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਆ, ਕਈਆਂ ਦੇ ਉੱਪਰ 150 ਤੋਂ ਉੱਪਰ ਕ੍ਰਿਮੀਨਲ ਕੇਸਿਸ ਚਾਰजेस ਹੋਏ ਨੇ, ਫਾਈਲ ਹੋਏ ਨੇ, ਕਤਲ ਤੱਕ ਦੇ ਪਏ ਔਰ ਮਰਡਰ 13 14 ਮਰਡਰ ਉਹਨਾਂ ਅਪਰੂਵ ਹੋ ਚੁੱਕੇ ਨੇ, ਪਰ ਉਹ ਫਿਰ ਵੀ ਉੱਥੇ ਬੈਠੇ ਨੇ। ਔਰ ਬੜੀ ਸਾਡੇ, ਮੈਂ ਤਾਂ ਇਹ ਕਹੂੰਗਾ ਕਿ ਆਮ ਜਨਤਾ ਜਿਹੜੀ ਸਾਡੀ ਜਨਤਾ ਹੈ, ਉਹਦੇ ਵਾਸਤੇ ਸ਼ਰਮ ਦੀ ਗੱਲ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਕਿੱਥੇ ਬਿਠਾ ਕੇ ਬੈਠੇ ਹਾਂ, ਔਰ ਬੈਠੇ ਉਹ ਸਾਡੀ ਵੋਟ ਦੇ ਨਾਲ ਨੇ, ਕਿਸੇ ਹੋਰ ਦੀ ਵੋਟ ਦੇ ਨਾਲ ਨਹੀਂ ਬੈਠੇ। ਮੇਰਾ ਇਹੀ ਕੁਐਸਚਨ ਦਵਿੰਦਰ ਸਿੰਘ ਜੀ ਤੁਹਾਡੇ ਨਾਲ ਹੈ ਕਿ ਕੀ ਪੰਜਾਬ ਦੇ ਵੋਟਰ ਜਿਹੜੇ ਨੇ ਇਹ ਆਪਣੀ ਤੁਹਾਡੀ ਪਾਰਟੀ ਦੇ ਰਿਲੇਸ਼ਨ ਦੇ ਨਾਲ ਨਹੀਂ, ਆਮ ਆਪਾਂ ਤਿੰਨ ਸਮਝ ਲਓ ਵੀ ਆਪਾਂ ਬੈਠੇ ਹਾਂ, ਭਾਈ ਬੈਠੇ ਗੱਲ ਕਰ ਰਹੇ ਹਾਂ, ਕੀ ਸਾਡੀ ਆਮ ਜਨਤਾ ਨੂੰ ਜਿਹੜੀਆਂ ਕੋਈ ਵੀ ਲੀਡਰ ਆਉਂਦਾ ਉਹਦੀਆਂ ਤਾੜੀਆਂ ਉਹਦੀ ਸਪੀਚ ਸੁਣ ਕੇ ਤਾੜੀਆਂ ਮਾਰਤੀਆਂ, ਕੀ ਉਹਨਾਂ ਨੂੰ ਆਪਣੀ ਤਾੜੀ ਦੀ ਕੀਮਤ ਪਤਾ? ਜੇ ਪਤਾ ਹੈ, ਉਸ ਤੋਂ ਵੀ ਉੱਪਰ ਕੀ ਉਹਨਾਂ ਨੂੰ ਆਪਣੀ ਵੋਟ ਦੀ ਕੀਮਤ ਪਤਾ ਹੈ? ਦੇਖੋ, ਜਦੋਂ ਤਾੜੀ ਮਾਰੀ ਜਾਂਦੀ ਆ, ਇੱਕ ਤਰ੍ਹਾਂ ਦਾ ਗਲਤ ਸਿਗਨਲ ਜਾਂਦਾ ਜੇ ਤੁਸੀਂ ਤਾੜੀ ਆਪਦੀ ਕੌਨਸ਼ੀਅਸ ਦੇ ਨਾਲ ਨਹੀਂ ਮਾਰਦੇ। ਪਹਿਲੀ ਗੱਲ ਤਾਂ ਜੇ ਕੌਨਸ਼ੀਅਸ ਨਾਲ ਮਾਰਦੇ ਹੋ ਤਾਂ ਇਹਦਾ ਮਤਲਬ ਉਹਨਾਂ ਦੀ ਕੌਨਸ਼ੀਅਸ ਸ਼ਾਇਦ ਉਹਦੇ 'ਚ ਬਿਲੀਵ ਕਰਦੇ ਹੋਵੇ। ਜੇ ਕੌਨਸ਼ੀਅਸ ਤੋਂ ਬਿਨਾਂ ਮਾਰਦੇ ਨੇ, ਉਹ ਤੋਂ ਉੱਤੇ ਉੱਠ ਕੇ ਮਾਰਦੇ ਨੇ, ਤਾਂ ਇੱਕ ਤਰ੍ਹਾਂ ਦਾ ਗਲਤ ਸਿਗਨਲ ਭੇਜਦੇ ਨੇ। ਉਹਨਾਂ ਲੀਡਰਾਂ ਲਈ ਗਲਤ ਸਿਗਨਲ ਭੇਜਦੇ ਨੇ ਕਿ ਜੋ ਕੁਛ ਉਹ ਕਰ ਰਹੇ ਨੇ ਸਾਡੀ ਉਹਨਾਂ ਨਾਲ ਸਹਿਮਤੀ ਆ, ਚਾਹੇ ਤਾੜੀ ਮਾਰ ਲਓ ਚਾਹੇ ਹੱਥ ਖੜੇ ਕਰ ਲਓ, ਇੱਕੋ ਹੀ ਗੱਲ ਆ। ਤੇ ਇਹਦਾ ਮਤਲਬ ਜਿਹੜਾ ਕੁਛ ਉਹਨਾਂ ਨੇ ਜੇ ਪਿਛਲੇ 5 ਸਾਲ ਗਲਤ ਕੰਮ ਕੀਤੇ ਨੇ ਤਾਂ ਅਸੀਂ ਕਹਿੰਦੇ ਹਾਂ ਉਹ ਤਾਂ ਕੋਈ ਗੱਲ ਨਹੀਂ, ਹੋਰ ਵੀ ਕਰ ਲਓ। ਉਹ ਅਸੀਂ ਐਕਸੈਪਟ ਉਹਨਾਂ ਨੂੰ ਹਾਂ ਉਹ ਅਸੀਂ ਐਕਸੈਪਟ ਕਰ ਲਿਆ, ਹੁਣ ਤੁਹਾਨੂੰ ਅਗਲੇ 5 ਸਾਲਾਂ ਬਾਅਦ ਹੋਰ ਪੁੱਛਾਂਗੇ, ਉਹਨਾਂ ਚਿਰ ਅਸੀਂ ਹੋਰ ਕਰ ਲੈਂਦੇ ਹਾਂ। ਉਹ ਤਾਂ ਜਿਵੇਂ ਇਹਨਾਂ ਨੇ ਕਿਹਾ ਵੀ ਆਪਦੇ ਜਿਹੜੀ ਟਾਹਣੀ ਤੇ ਬੈਠੇ ਆ ਉਹੀ ਕੱਟੀ ਜਾਂਦੇ ਹੋ ਫਿਰ, ਰਾਈਟ ਨਾ, ਵੀ ਇਹਦਾ ਮਤਲਬ ਇਹ ਆ। ਦੂਜੀ ਗੱਲ ਇਹ ਹੈ ਵੀ ਜਿਹੜੀ ਕੋਈ ਵੀ ਸਰਕਾਰ ਹੁੰਦੀ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਜਿਹੜਾ ਸਰਕਾਰ ਦਾ ਕੰਮ ਆ ਸਿਰਫ ਅਸੀਂ ਉਹਨੂੰ ਆਪਣਾ ਜੇ ਪ੍ਰੋਵਿੰਸ਼ੀਅਲ ਲੈਵਲ ਦੀਆਂ ਹੁੰਦੀਆਂ ਨੇ ਤਾਂ ਰਾਜ, ਨਹੀਂ ਤਾਂ ਜੇ ਕੰਟਰੀ ਲੈਵਲ ਤੇ ਹੁੰਦੇ ਸਾਰੇ ਆਪਣੀ ਇੱਕ ਕੰਟਰੀ ਨੂੰ ਮੈਨੇਜ ਕਰਨ ਲਈ ਪੱਟੇ ਭੇਜਦੇ ਆ। ਉਹਨਾਂ ਦਾ ਕੰਮ ਹੈ ਮੈਨੇਜ ਕਰਨਾ। ਤੁਸੀਂ ਦੇਖੋ ਇਹ ਪਾਰਟੀਆਂ ਜਾ ਕੇ ਨਾ ਦੂਜੇ ਨਾਲ ਲੜਦੀਆਂ, ਮਰੂ ਸਾਡੇ ਕੋਲ ਪੈਸੇ ਹੈ ਨਹੀਂ, ਸਾਡੇ ਕੋਲ ਉਹ ਹੈ ਨਹੀਂ। ਜੇ ਇਹਨੂੰ ਕਿ ਸਮਾਲ ਬਿਜ਼ਨਸਮੈਨ ਨੂੰ ਦੇਖਿਆ ਜਾਵੇ ਵੀ ਜੇ ਤੁਸੀਂ ਮੈਨੇਜ ਨਹੀਂ ਕਰ ਸਕਦੇ ਫਿਰ ਨਾ ਕਰੋ। ਜੇ ਤੁਸੀਂ ਲੋਕਾਂ ਦੇ ਜਿਹੜੀ ਸਾਡੇ ਸੋਮਿਆਂ ਨੂੰ ਤੁਸੀਂ ਮੈਨੇਜ ਹੀ ਕਰਨਾ, ਤੁਸੀਂ ਸਾਡੇ ਸੋਮਿਆਂ ਦੇ ਮਾਲਕ ਤਾਂ ਬਣਨਾ ਨਹੀਂ, ਮਾਲਕ ਤਾਂ ਜਨਤਾ ਰਹੂਗੀ। ਪਰ ਇਹਨਾਂ ਨੂੰ ਲੱਗਦਾ ਕਿ ਉਹ ਜਿਹੜੇ ਉੱਥੇ ਲੀਡਰ ਬਣ ਕੇ ਜਾਂਦੇ ਨੇ ਵੀ ਅਸੀਂ ਮਾਲਕ ਬਣ ਗਏ ਹਾਂ, ਉਹ ਆਪਣਾ ਰੋਲ ਐਜ਼ ਏ ਮੈਨੇਜਰ ਨਹੀਂ ਨਿਭਾਉਂਦੇ। ਉਹਨਾਂ ਨੂੰ ਲੱਗਦਾ ਵੀ ਅਸੀਂ ਇਹਦੇ ਮਾਲਕ ਇਹਨਾਂ ਕੋਲ ਮਰਜ਼ੀ ਕਰੀਏ। ਸਰਕਾਰ ਨੂੰ ਹੁਣ ਜਿਹੜੀ ਪਿੱਛੇ ਜਿਹੀ ਗੱਲ ਹੋਈ ਸੀ ਕਿ 9 ਸਿਲੰਡਰ ਦਿੰਦੇ ਸੀਗੇ ਜੀ ਉਹਦੇ ਸਾਲ ਦੇ, ਵੀ ਤੁਸੀਂ 9 ਗੈਸ ਦੇ ਸਿਲੰਡਰ ਦੇਣੇ ਨੇ, ਲੋਕੀ ਕਹਿੰਦੇ ਨਹੀਂ ਵੀ ਮਹੀਨੇ ਦਾ ਇੱਕ ਤਾਂ ਲੱਗ ਜਾਂਦਾ 12 ਦੋ, ਤਾਂ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਵੀ ਜੇ 3 ਸਿਲੰਡਰ ਤੁਹਾਨੂੰ ਅਸੀਂ ਦਿੰਨੇ ਆ ਨਾ, ਜਿਹੜੀ ਸਬਸਿਡੀ ਸਾਨੂੰ ਦੇਣੀ ਪੈਂਦੀ ਆ ਉਹ 5000 ਕਰੋੜ ਰੁਪਏ ਦੀ, ਤਾਂ ਅਫੋਰਡ ਨਹੀਂ ਕਰਦੇ। ਟੈਕਨੀਕਲੀ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਰੀਅਲ ਕਾਸਟ ਕੀ ਹੈ ਇਹਦੀ। ਜੇ ਵੱਧ ਆ ਤਾਂ ਵੱਧ ਲੈ ਲਓ, ਫਿਰ ਅਸੀਂ ਕੋਈ ਹੋਰ ਸੋਮਾ ਲੱਭ ਲਾਂਗੇ। ਪਰ ਜੇ ਤੁਸੀਂ ਕਿਸੇ ਤਰੀਕੇ ਨਾਲ ਡਿਵਰਟ ਕਰਦੇ ਹੋ, ਇਹੋ ਜਿਹਾ ਸਾਨੂੰ ਕੈਲਕੂਲੇਸ਼ਨ ਇਹੋ ਜਿਹੀ ਦਿਖਾਓ ਜਿਹੜੀ ਸਾਡੀ ਸਿੰਪਲ ਹੋਵੇ। ਹੁਣ ਸਾਨੂੰ ਤੁਸੀਂ ਦੱਸਦੇ ਰਹੇ ਤੁਹਾਨੂੰ ਡੀਜ਼ਲ ਤੇ ਅਸੀਂ ਸਬਸਿਡੀ ਦਿੰਦੇ ਹਾਂ, ਤੁਹਾਨੂੰ ਅਸੀਂ ਗੈਸ ਤੇ ਸਬਸਿਡੀ ਦਿੰਦੇ ਹਾਂ। ਉਹ ਸਬਸਿਡੀ ਦੇ ਚੱਕਰ 'ਚ ਇਹਨਾਂ ਦੇ ਗੈਸ ਦੇ ਕੰਪਨੀਆਂ ਦੇ ਨਾਲ ਪਤਾ ਨਹੀਂ ਕੀ ਐਗਰੀਮੈਂਟ ਹੋ ਜਾਂਦੇ ਨੇ। ਜਿਹੜੀ ਤਾੜੀ ਦੀ ਗੱਲ ਆਪਾਂ ਫਿਰ ਵਾਪਸ ਕਰਦੇ ਹਾਂ ਵੀ ਜਦੋਂ ਗੌਰਮੈਂਟ ਕਿਸੇ ਦੀ ਵੀ ਆਵੇ, ਜਦੋਂ ਹੁਣ ਜੇ 3 ਪਾਰਟੀਆਂ ਆਈਆਂ ਨੇ ਤਾਂ ਇੱਕ ਆਮ ਵੋਟਰ ਲਈ ਇੱਕ ਬੜੀ ਵਧੀਆ ਸਿਚੁਏਸ਼ਨ ਬਣ ਗਈ ਹੈ। ਉਹਦੇ ਲਈ ਆ ਵੀ ਤਿੰਨਾਂ ਦੇ ਕੁਐਸਚਨ ਆਪਦੇ ਲਿਖ ਲਵੇ ਕੀ ਹੁੰਦੇ ਨੇ, ਤਿੰਨਾਂ ਤੋਂ ਪੁੱਛੇ ਕਿਹੜੇ ਆਨਸਰ ਦਿੰਦੇ ਹੋ। ਜੇ ਦੂਜੀ ਪਾਰਟੀ ਜੇ ਹੁਣ ਆਮ ਆਦਮੀ ਪਾਰਟੀ ਜੇ ਤੁਹਾਨੂੰ ਕਹਿੰਦੀ ਵੀ ਹੈ ਵੀ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ, ਆਹੀ ਕੁਝ ਦੂਜੀਆਂ ਪਾਰਟੀਆਂ ਤੋਂ ਪੁੱਛ ਲਓ। ਵੋਟਾਂ ਤਾਂ ਡੈਮੋਕ੍ਰੇਸੀ ਵਿੱਚ ਆਉਂਦੀਆਂ ਰਹਿੰਦੀਆਂ ਨੇ, 5 ਸਾਲ ਬਾਅਦ ਫਿਰ ਆ ਜਾਣੀਆਂ ਨੇ, 2 ਸਾਲ ਬਾਅਦ ਰਾਜ ਦੀਆਂ ਸਰਕਾਰਾਂ ਆ ਜਾਣੀਆਂ ਨੇ। ਉਹੀ ਰਾਜ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੇ ਤੁਹਾਡੋਂ ਉਦੋਂ ਵੋਟਾਂ ਆ ਕੇ ਮੰਗਣੀਆਂ ਨੇ। ਵੋਟਾਂ ਦਾ ਸਾਈਕਲ ਤਾਂ ਚੱਲਦਾ ਹੀ ਰਹਿਣਾ। ਪਰ ਜਦੋਂ ਤੁਸੀਂ ਆਮ ਆਦਮੀ ਜਿਹੜਾ ਇੱਕ ਕਾਮਨ ਮੈਨ ਜਿਹੜਾ ਹੋਊਗਾ, ਆਮ ਆਦਮੀ ਪਾਰਟੀ ਦਾ ਵਲੰਟੀਅਰ ਨਹੀਂ, ਜਿਹੜਾ ਕੋਈ ਆਮ ਆਦਮੀ ਜਦ ਤੱਕ ਆਪਣੀਆਂ ਪ੍ਰੋਬਲਮਸ ਲੀਡਰਾਂ ਤੋਂ ਪੁੱਛੂਗਾ ਨਹੀਂ, ਪਹਿਲੀ ਗੱਲ ਤਾਂ ਉਹ ਸੈਸੀਬਲ ਨੇ, ਜੇ ਸੈਸੀਬਲ ਨੇ ਤਾਂ ਕੀ ਜਵਾਬ ਆ। ਗਲਤ ਜਵਾਬ ਵੀ ਦੇਣਗੇ, ਦਿੰਦੇ ਆਏ ਨੇ। ਸਾਡੇ ਇਮੋਸ਼ਨ ਦੇ ਵਿੱਚ ਬਹਿਣਾ ਸਾਡੀ ਪੰਜਾਬੀਆਂ ਦੀ ਜਿਹੜੀ ਖਾਸੀਅਤ ਵੀ ਆ,
ਅਸੀਂ ਇਮੋਸ਼ਨਲ ਹੋ ਜਾਂਦੇ ਹਾਂ। ਜਿਹੜੇ ਡੇਰੇ ਡੂਰਿਆਂ ਦੇ ਵਿੱਚ ਜਾਂਦੇ ਹਾਂ ਅਸੀਂ ਇਮੋਸ਼ਨਲ ਆ ਤਾਂ ਹੀ ਜਾਂਦੇ ਹਾਂ। ਉਹ ਸਾਡੀ ਕੋਈ ਭੈਣ ਆਪ ਨੂੰ ਉੱਥੇ ਦੂਜਿਆਂ ਨੂੰ ਇਮੋਸ਼ਨਲ ਕਰਕੇ ਬਾਬੇ ਆਪਦੇ ਘਰਦਿਆਂ ਨੂੰ ਲੈ ਕੇ ਉਹ ਇੰਨੀ ਗਿਣਤੀ ਵਧਾਈ ਹੋਈ ਆ ਉਹਨਾਂ ਨੇ, ਰਾਈਟ। ਉਹ ਇਮੋਸ਼ਨਲ ਕਰ ਲੈਂਦੇ ਆ, ਪਰ ਆਪਦੇ ਸਟੈਪ ਤੇ ਰੱਖੋ। ਤੁਹਾਡੇ ਜਿਹੜੇ ਕੁਐਸਚਨ, ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜਾਣੋ ਪਹਿਲਾਂ। ਸਾਡੀਆਂ ਮੁਸ਼ਕਲਾਂ ਆ ਹੱਲ ਕਿਸੇ ਪਾਰਟੀ ਕੋਲੇ ਵੀ ਹੋ ਸਕਦਾ, ਪੁੱਛੋ ਉਹਨਾਂ ਤੋਂ ਹੱਲ ਕਰ ਸਕਦੇ ਨਹੀਂ ਕਰ ਸਕਦੇ। ਵਿਸ਼ਵਾਸ ਕਰਨਾ ਪੈਣਾ 2 ਸਾਲ ਲਈ 5 ਸਾਲ ਲਈ। ਜੀ ਹੁਣ ਇਹ ਆ ਵੀ ਜਿਹੜੇ ਪੁਰਾਣੇ ਚੱਲੇ ਹੋਏ ਤੀਰ ਆ ਉਹਨਾਂ ਤੇ ਥੋੜਾ ਜਿਹਾ ਔਖਾ। ਨਵੀਂ ਜੇ ਤੁਸੀਂ ਚੇਂਜ ਲਿਆਉਣਾ ਚਾਹੁੰਦੇ ਹੋ, ਚੇਂਜ ਕਿਹੜੀ ਚੇਂਜ ਆ? ਜੀ ਇਹ ਜੇ ਇੱਕ ਜਿਹੜੇ ਇਹ ਇੰਪੋਰਟੈਂਟ ਸਵਾਲ ਹੋਣਗੇ, ਇਹ ਲੋਕਾਂ ਨੂੰ ਪੁੱਛਣੇ ਪੈਣਗੇ। ਗੱਲ ਬਜ਼ੁਰਗਾਂ ਦੀ ਆਈ ਹੈ, ਜਿਵੇਂ ਭਾਈ ਸਾਹਿਬ ਨੇ ਦੱਸਿਆ ਸੀ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਤਾਂ ਖਤਮ ਹੋ ਰਹੀ ਆ। ਬਜ਼ੁਰਗਾਂ ਨੂੰ ਪੁੱਛੋ, ਉਹਨਾਂ ਦਾ ਅੱਜ ਹੁੰਦਾ ਵੀ ਪੰਜਾ ਜਾਂ ਤੱਕੜੀ ਪੰਥਕ ਪੰਜੇ ਅਸੀਂ ਲਾਈ ਆ। ਹੁਣ ਅਸੀਂ ਸਾਡੇ ਦਾਦੇ ਪੜਦਾਦੇ ਜਿਹੜੇ ਹੋਏ ਵੀ ਕਾਂਗਰਸ ਨਹੀਂ ਪਾਉਣੀ, ਅਸੀਂ ਪਾਈ ਜਾਂਦੇ ਆ। ਪਰ ਉਹਨਾਂ ਨੂੰ ਸਵਾਲ ਪੁੱਛੋ ਵੀ ਤੁਸੀਂ ਤਾਂ ਪਾਉਂਦੇ ਰਹੋ, ਪਰ ਤੁਹਾਡੇ ਨੌਜਵਾਨਾਂ ਦਾ ਕੀ ਬਣੂਗਾ? ਜਿਹੜਾ ਗੈਪ ਆ ਰਿਹਾ ਤੁਹਾਡੀ ਕਮਿੰਗ ਜਨਰੇਸ਼ਨਸ ਬਾਰੇ ਆ ਰਿਹਾ, ਉਹਦਾ ਕੀ ਹੱਲ ਕਰੋਗੇ? ਚਾਹੇ ਤੁਸੀਂ ਵੋਟ ਕਾਂਗਰਸ ਨੂੰ ਪਾਓ, ਚਾਹੇ ਵੋਟ ਅਕਾਲੀਆਂ ਨੂੰ ਪਾਓ, ਪਰ ਆਪਦੀਆਂ ਮਜਬੂਰੀਆਂ ਤਾਂ ਉਹਨਾਂ ਨੂੰ ਦੱਸੋ। ਆਹ ਮਜਬੂਰੀਆਂ ਤੁਹਾਡੇ ਸਵਾਲਾਂ ਦੇ ਵਿੱਚ ਜਾ ਕੇ ਉਹਨਾਂ ਦਾ ਜਵਾਬ ਜਦ ਤੱਕ ਨਹੀਂ ਮੰਗੋਗੇ, ਉਹਨਾਂ ਚਿਰ ਪੰਜਾਬ ਦਾ ਕਿ ਹਿੰਦੁਸਤਾਨ ਦਾ ਕੋਈ ਭਲਾ ਨਹੀਂ ਹੋਣਾ। ਠੀਕ ਹੈ ਜੀ। ਆਪਾਂ ਇਸੇ ਤੋਂ ਦੁਬਾਰਾ ਸ਼ੁਰੂ ਕਰਾਂਗੇ ਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।